ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਸੈਸ਼ਨ ਵਿੱਚ। ਇਸ ਤੋਂ ਪਹਿਲਾਂ ਵਾਲੇ ਸੈਸ਼ਨ ਵਿੱਚ ਅਸੀਂ HTML ਦੇ ਵਿੱਚ ਕੁਝ ਟੈਗਸ ਜਿਵੇਂ ਬੋਡੀ ਟੈਗ, ਹੈਡਰ ਟੈਗਸ ਬਾਰੇ ਪੜ੍ਹਿਆ ਹੈ ਅਤੇ ਇਸ ਸੈਸ਼ਨ ਵਿੱਚ ਅਸੀਂ ਲਿਸਟਾਂ ਅਤੇ ਟੇਬਲ ਬਾਰੇ ਪੜ੍ਹਾਂਗੇ। ਕਈ ਵਾਰ ਸਾਨੂੰ ਆਪਣੇ ਵੈਬ ਪੇਜ ਵਿੱਚ ਕੁਝ ਵਸਤੂਆਂ ਦੀ ਸੂਚੀ ਬਣਾਉਣੀ ਪੈਂਦੀ ਹੈ ਅਤੇ ਇਹ ਸੂਚੀ ਅਸੀਂ ਲਿਸਟ ਟੈਗ ਦੀ ਹੈਲਪ ਨਾਲ ਬਣਾ ਸਕਦੇ ਹਾਂ। HTML ਦੇ ਵਿੱਚ ਅਸੀਂ 3 ਤਰ੍ਹਾਂ ਦੀਆਂ ਸੂਚੀਆਂ ਤਿਆਰ ਕਰ ਸਕਦੇ ਹਾਂ: ਆਰਡਰਡ ਲਿਸਟ, ਅਨਆਰਡਰਡ ਲਿਸਟ ਅਤੇ ਡੈਫੀਨੇਸ਼ਨ ਲਿਸਟ। ਅਤੇ ਇਹਨਾਂ ਦੇ ਲਈ 3 ਤਰ੍ਹਾਂ ਦੇ ਹੀ ਟੈਗ ਉਪਲਬਧ ਹੁੰਦੇ ਹਨ। ਆਰਡਰਡ ਲਿਸਟ ਦੇ ਲਈ OL ਟੈਗ, ਅਨਆਰਡਰਡ ਲਿਸਟ ਦੇ ਲਈ UL ਟੈਗ ਅਤੇ ਡੈਫੀਨੇਸ਼ਨ ਲਿਸਟ ਦੇ ਲਈ DL ਟੈਗ ਵਰਤਿਆ ਜਾਂਦਾ ਹੈ। ਆਰਡਰਡ ਸੂਚੀ ਇੱਕ ਤਰ੍ਹਾਂ ਦੀ ਨੰਬਰਾਂ ਵਾਲੀ ਸੂਚੀ ਹੁੰਦੀ ਹੈ ਜਿਸ ਦੇ ਵਿੱਚ 1, 2, 3 ਜਾਂ ਰੋਮਨ ਦੇ ਵਿੱਚ ਨੰਬਰ ਲੱਗੇ ਹੁੰਦੇ ਹਨ। ਆਓ ਅਸੀਂ ਇੱਕ ਵੈਬ ਪੇਜ ਤਿਆਰ ਕਰੀਏ ਜਿਸ ਦੇ ਵਿੱਚ ਅਸੀਂ ਆਰਡਰਡ ਅਤੇ ਅਨਆਰਡਰਡ ਸੂਚੀਆਂ ਬਾਰੇ ਦੇਖੀਏ। ਸੋ ਇਸ ਵੈਬ ਪੇਜ ਦੀ ਕੋਡਿੰਗ ਨੋਟਪੈਡ ਵਿੱਚ ਇਸ ਤਰ੍ਹਾਂ ਕੀਤੀ ਗਈ ਹੈ। ਇੱਥੇ ਧਿਆਨ ਨਾਲ ਦੇਖੋ, ਬਾਡੀ ਦੀ ਬੈਕਗਰਾਊਂਡ ਵਿੱਚ ਅਸੀਂ ਇੱਕ ਕਲਰ ਲਗਾਇਆ ਹੋਇਆ ਹੈ ਜੋ ਕਿ ਇੱਕ ਕੋਡ ਦੇ ਰੂਪ ਦੇ ਵਿੱਚ ਹੈ। H1 ਟੈਗ ਦੀ ਅਲਾਈਨਮੈਂਟ ਸੈਂਟਰ ਕੀਤੀ ਹੋਈ ਹੈ ਜਿੱਥੇ ਅਸੀਂ ਦਿਸ ਇਜ਼ ਐਗਜ਼ਾਮਪਲ ਆਫ ਆਰਡਰਡ ਲਿਸਟ ਵਰਤਿਆ ਗਿਆ ਹੈ ਅਤੇ ਆਰਡਰਡ ਲਿਸਟ ਦੀ ਟਾਈਪ ਅਸੀਂ ਨੂਮੈਰਲ ਰੱਖੀ ਹੋਈ ਹੈ ਜਿਸ ਦਾ ਸਟਾਰਟ ਪੁਆਇੰਟ ਅਸੀਂ 11 ਤੋਂ ਸ਼ੁਰੂ ਕੀਤਾ ਹੈ ਅਤੇ ਇਸ ਦਾ ਫੌਂਟ ਅਸੀਂ ਵਰਡਾਨਾ ਅਤੇ ਕਲਰ ਜੋ ਹੈ ਉਹ ਬਲੂ ਰੱਖਿਆ ਹੋਇਆ ਹੈ। ਇਸ ਸੂਚੀ ਵਿੱਚ ਅਸੀਂ ਸਟੇਟਸ ਜਿਹੜੀਆਂ ਹਨ ਪੰਜਾਬ, ਹਿਮਾਚਲ, ਹਰਿਆਣਾ ਆਦਿ ਰੱਖੀਆਂ ਹੋਈਆਂ ਹਨ ਅਤੇ ਦੂਸਰੀ ਸੂਚੀ ਅਸੀਂ ਅਨਆਰਡਰਡ ਲਿਸਟ ਦੀ ਬਣਾਈ ਹੋਈ ਹੈ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਨਾਮ ਲਿਖੇ ਹੋਏ ਹਨ। ਆਓ ਹੁਣ ਅਸੀਂ ਇਸ ਵੈਬ ਪੇਜ ਦੀ ਬਣਾਵਟ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਸੂਚੀ ਹੈ ਉਹ 11 ਤੋਂ ਸ਼ੁਰੂ ਹੋ ਰਹੀ ਹੈ। ਇਹ ਆਰਡਰਡ ਲਿਸਟ ਹੈ ਅਤੇ ਅਨਆਰਡਰਡ ਲਿਸਟ ਬੁਲੇਟਸ ਨਾਲ ਸ਼ੁਰੂ ਹੋ ਰਹੀ ਹੈ ਜਿੱਥੇ ਅਸੀਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਦਿ ਲਿਖਿਆ ਹੋਇਆ ਹੈ। ਅਤੇ ਤੁਸੀਂ ਸਟੇਟਸ ਆਫ ਇੰਡੀਆ ਦਾ ਰੰਗ ਦੇਖ ਸਕਦੇ ਹੋ, ਉਹ ਨੀਲੇ ਰੰਗ ਵਿੱਚ ਹੈ ਅਤੇ ਬੈਕਗਰਾਊਂਡ ਦਾ ਕਲਰ ਹਲਕਾ ਜਿਹਾ ਹਰਾ ਹੈ। ਹੁਣ ਅਸੀਂ ਡੈਫੀਨੇਸ਼ਨ ਲਿਸਟ ਬਾਰੇ ਸਮਝਦੇ ਹਾਂ। ਡੈਫੀਨੇਸ਼ਨ ਲਿਸਟ ਅਰਥਾਤ ਕੁਝ ਇਸ ਤਰ੍ਹਾਂ ਦੀਆਂ ਵਸਤੂਆਂ ਜਾਂ ਸੂਚੀਆਂ ਜਿਨ੍ਹਾਂ ਵਿੱਚ ਇੱਕ ਪਰਿਭਾਸ਼ਿਤ ਕਰਨ ਲਈ ਟਰਮ ਹੁੰਦੀ ਹੈ ਅਤੇ ਫਿਰ ਉਸ ਦੀ ਸਾਨੂੰ ਪਰਿਭਾਸ਼ਾ ਲਿਖਣੀ ਪੈਂਦੀ ਹੈ। ਜਿਵੇਂ ਤੁਸੀਂ ਅੰਗਰੇਜ਼ੀ ਵਿੱਚ ਨਾਊਨਸ ਅਤੇ ਉਸ ਦੀਆਂ ਕਿਸਮਾਂ ਬਾਰੇ ਪੜ੍ਹਿਆ ਹੋਵੇਗਾ ਤਾਂ ਤੁਸੀਂ ਨਾਊਨਸ ਦੀਆਂ ਕਿਸਮਾਂ ਲਿਖਦੇ ਹੋ ਜਿਵੇਂ ਕਾਮਨ ਨਾਊਨ, ਅਤੇ ਉਸ ਕਾਮਨ ਨਾਊਨ ਨੂੰ ਅੱਗੇ ਐਕਸਪਲੇਨ ਵੀ ਕਰਦੇ ਹੋ। ਇਸ ਤਰ੍ਹਾਂ ਦੀ ਸੂਚੀਆਂ ਬਣਾਉਣ ਲਈ ਅਸੀਂ ਡੈਫੀਨੇਸ਼ਨ ਲਿਸਟ ਵਰਤਦੇ ਹਨ। ਡੈਫੀਨੇਸ਼ਨ ਲਿਸਟ ਬਣਾਉਣ ਲਈ DL ਟੈਗ, DT ਟੈਗ ਅਤੇ DD ਟੈਗ ਵਰਤੇ ਜਾਂਦੇ ਹਨ। DL ਟੈਗ ਡੈਫੀਨੇਸ਼ਨ ਲਿਸਟ ਨੂੰ ਬਣਾਉਂਦਾ ਹੈ। DT ਟੈਗ ਡੈਫੀਨੇਸ਼ਨ ਦੀ ਜੋ ਟਰਮ ਹੁੰਦੀ ਹੈ ਜਿਸ ਨੂੰ ਅਸੀਂ ਪਰਿਭਾਸ਼ਿਤ ਕਰਨਾ ਹੈ ਉਸ ਨੂੰ ਲਿਖਣ ਲਈ ਵਰਤਿਆ ਜਾਂਦਾ ਹੈ ਅਤੇ DD ਟੈਗ ਉਸ ਦੀ ਪਰਿਭਾਸ਼ਾ ਲਿਖਣ ਲਈ ਵਰਤਿਆ ਜਾਂਦਾ ਹੈ।
ਇੱਕ ਵੈਬ ਪੇਜ ਅਸੀਂ ਹੁਣ ਤਿਆਰ ਕਰਾਂਗੇ। ਸੋ ਇਸ ਵੈਬ ਪੇਜ ਦੇ ਵਿੱਚ ਅਸੀਂ ਬਿਜ਼ੀ ਕਲਰ ਫਿਰ ਇੱਕ ਕੋਡ ਦੇ ਰੂਪ ਦੇ ਵਿੱਚ ਲਿਖਿਆ ਹੋਇਆ ਹੈ। DL ਲਿਸਟ ਵਿੱਚ ਅਸੀਂ ਇਸ ਦਾ ਫੌਂਟ ਫੇਸ ਐਰਿਸਟੋਨ ਵਰਤਿਆ ਹੈ ਅਤੇ ਕਲਰ ਬਲੂ ਹੀ ਹੈ। ਅਸੀਂ ਪਾਰਟਸ ਆਫ ਕੰਪਿਊਟਰ ਦੀ ਡੈਫੀਨੇਸ਼ਨ ਲਿਸਟ ਤਿਆਰ ਕਰਨ ਜਾ ਰਹੇ ਹਾਂ। ਅਸੀਂ ਜਾਣਦੇ ਹਾਂ ਪਾਰਟਸ ਆਫ ਕੰਪਿਊਟਰ ਇਨਪੁੱਟ ਡਿਵਾਈਸਿਸ, ਆਊਟਪੁੱਟ ਡਿਵਾਈਸਿਸ, ਮੈਮਰੀ ਡਿਵਾਈਸਿਸ, ਪ੍ਰੋਸੈਸਰ ਆਦਿ ਹੁੰਦੇ ਹਨ ਅਤੇ ਅਸੀਂ ਉਹਨਾਂ ਦੀ ਅੱਗੇ ਪਰਿਭਾਸ਼ਾ ਵੀ ਲਿਖਣੀ ਹੈ। ਸੋ ਇਨਪੁੱਟ ਡਿਵਾਈਸ ਦੇ ਤਹਿਤ ਅਸੀਂ ਉਸ ਦੀ ਪਰਿਭਾਸ਼ਾ DD ਟੈਗ ਦੇ ਰਾਹੀਂ ਲਿਖਾਂਗੇ ਅਤੇ ਆਊਟਪੁੱਟ ਡਿਵਾਈਸ DD ਟਰਮ ਦੇ ਰਾਹੀਂ ਲਿਖ ਕੇ ਉਸ ਦੀ ਪਰਿਭਾਸ਼ਾ DD ਟੈਗ ਵਿੱਚ ਅਸੀਂ ਲਿਖੀ ਹੋਈ ਹੈ। ਆਓ ਹੁਣ ਅਸੀਂ ਇਸ ਦੀ ਆਊਟਪੁੱਟ ਦੇਖੀਏ। ਇਸ ਦੀ ਆਊਟਪੁੱਟ ਕਿਸ ਤਰ੍ਹਾਂ ਦੀ ਨਜ਼ਰ ਆਏਗੀ। ਜਿਸ ਤਰ੍ਹਾਂ ਤੁਹਾਡੇ ਸਕਰੀਨ ਉੱਤੇ ਇਸ ਦੀ ਆਊਟਪੁੱਟ ਨਜ਼ਰ ਆ ਰਹੀ ਹੈ। ਇੱਥੇ ਅਸੀਂ ਦੇਖ ਸਕਦੇ ਹਾਂ ਪਾਰਟਸ ਆਫ ਕੰਪਿਊਟਰ ਨੀਲੇ ਰੰਗ ਵਿੱਚ ਹੀ ਹੈ ਅਤੇ ਇਨਪੁੱਟ ਡਿਵਾਈਸ ਇੱਕ ਸੂਚੀ ਦਾ ਹੈਡਿੰਗ ਹੈ ਔਰ ਉਸ ਤੋਂ ਅੱਗੇ ਅਸੀਂ ਉਸਨੂੰ ਪਰਿਭਾਸ਼ਿਤ ਕੀਤਾ ਹੋਇਆ ਹੈ। ਉਸ ਦੇ ਅੱਗੇ ਅਸੀਂ ਅਨਆਰਡਰਡ ਲਿਸਟ ਦੇ ਵਿੱਚ ਇਨਪੁੱਟ ਯੰਤਰਾਂ ਦੀਆਂ ਉਦਾਹਰਨਾਂ ਲਿਖੀਆਂ ਹੈ, ਕੀਬੋਰਡ ਅਤੇ ਮਾਊਸ। ਫਿਰ ਦੂਸਰੀ ਡੈਫੀਨੇਸ਼ਨ ਟਰਮ ਆਊਟਪੁੱਟ ਡਿਵਾਈਸ ਹੈ। ਫਿਰ ਅਸੀਂ ਉਸ ਦੀ ਪਰਿਭਾਸ਼ਾ ਲਿਖੀ ਹੋਈ ਹੈ DD ਟੈਗ ਦਾ ਇਸਤੇਮਾਲ ਕਰਕੇ ਅਤੇ ਉਸ ਦੀ ਉਦਾਹਰਨਾਂ ਮਨੀਟਰ ਅਤੇ ਪ੍ਰਿੰਟਰ ਅਸੀਂ ਅਨਆਰਡਰਡ ਲਿਸਟ ਦੇ ਰੂਪ ਵਿੱਚ ਦਿਖਾਈ ਹੋਈ ਹੈ। ਹੁਣ ਅਸੀਂ ਆਰਡਰਡ ਅਤੇ ਅਨਆਰਡਰਡ ਲਿਸਟ ਦੇ ਐਟਰੀਬਿਊਟਸ ਬਾਰੇ ਗੱਲ ਕਰਾਂਗੇ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਪੜ੍ਹਿਆ ਹੈ, ਐਟਰੀਬਿਊਟ ਕਿਸੇ ਟੈਗ ਦੇ ਗੁਣ ਜਾਂ ਪ੍ਰੋਪਰਟੀ ਹੁੰਦੇ ਹਨ। ਆਰਡਰਡ ਲਿਸਟ ਦੇ ਐਟਰੀਬਿਊਟ ਇਸ ਪ੍ਰਕਾਰ ਹਨ। ਟਾਈਪ ਐਟਰੀਬਿਊਟ, ਜੋ ਕਿ ਲਿਸਟ ਦੀ ਟਾਈਪ ਭਾਵ ਨੰਬਰਾਂ ਵਾਲੀ ਜਾਂ ਰੋਮਨ ਜਾਂ ਫਿਰ ਅਲਫਾਬੈਟ ABC ਆਦਿ ਦੀ ਬਣਾਉਣੀ ਹੈ, ਉਸ ਨੂੰ ਪਰਿਭਾਸ਼ਿਤ ਕਰਦੀ ਹੈ। ਸਟਾਰਟ ਐਟਰੀਬਿਊਟ ਲਿਸਟ ਦੀ ਸ਼ੁਰੂਆਤ ਕਿਸ ਥਾਂ ਤੋਂ ਕਰਨੀ ਹੈ, ਕਿਸ ਨੰਬਰ ਤੋਂ ਕਰਨੀ ਹੈ, ਉਸ ਨੂੰ ਰਿਪਰਜੈਂਟ ਕਰਦੀ ਹੈ। ਅਨਆਰਡਰਡ ਲਿਸਟ ਦੇ ਵੀ ਐਟਰੀਬਿਊਟ ਟਾਈਪ ਹਨ, ਪਰ ਇਸ ਵਿੱਚ ਇਸ 'ਤੇ ਵੈਲਿਊ ਸਰਕਲ, ਡਿਸਕ, ਸਕੁਅਰ ਆਦਿ ਹੁੰਦੀਆਂ ਹਨ। ਆਓ ਹੁਣ ਅਸੀਂ ਟੇਬਲਸ ਬਾਰੇ ਜਾਣੀਏ। ਟੇਬਲਸ ਰੋਜ਼ ਅਤੇ ਕਾਲਮਾਂ ਦੀ ਇੱਕ ਆਇਤਾਕਾਰ ਗ੍ਰਿਡ ਹੁੰਦੀ ਹੈ। ਤੁਸੀਂ MS ਵਰਡ, ਐਕਸਲ ਦੇ ਵਿੱਚ ਟੇਬਲ ਨਾਲ ਕੰਮ ਕੀਤਾ ਹੈ। ਤੁਸੀਂ ਪਿਛਲੀ ਜਮਾਤ ਵਿੱਚ MS ਐਕਸੈਸ ਵਿੱਚ ਵੀ ਟੇਬਲ ਬਣਾਏ ਹਨ। ਟੇਬਲ ਡਾਟਾ ਨੂੰ ਵਿਵਸਥਿਤ ਤਰੀਕੇ ਦੇ ਨਾਲ ਪਰਿਭਾਸ਼ਿਤ ਕਰਦੇ ਹਨ। HTML ਵਿੱਚ ਟੇਬਲ ਬਣਾਉਣ ਲਈ ਕਈ ਟੈਗ ਵਰਤੇ ਜਾਂਦੇ ਹਨ, ਜਿਵੇਂ ਟੇਬਲ ਟੈਗ, TR ਟੈਗ, TH ਟੈਗ, TD ਟੈਗ ਆਦਿ। ਆਓ ਹੁਣ ਅਸੀਂ ਇਹਨਾਂ ਟੈਗਸ ਬਾਰੇ ਡਿਟੇਲ ਵਿੱਚ ਪੜ੍ਹੀਏ। ਟੇਬਲ ਕਿਉਂਕਿ ਬਹੁਤ ਸਾਰੇ ਆਬਜੈਕਟਸ ਦਾ ਇੱਕ ਸਮੂਹ ਹੈ, ਇਸ ਲਈ ਪੂਰੇ ਦੇ ਪੂਰੇ ਟੇਬਲ ਨੂੰ ਟੇਬਲ ਟੈਗ ਦੇ ਅੰਦਰ ਲਿਖਿਆ ਜਾਂਦਾ ਹੈ। ਸੋ ਇਸ ਦੀ ਸ਼ੁਰੂਆਤ ਟੇਬਲ ਟੈਗ ਨਾਲ ਕੀਤੀ ਜਾਏਗੀ ਅਤੇ ਸਮਾਪਤੀ ਟੈਗ ਵੀ ਵਰਤਿਆ ਜਾਏਗਾ। ਇਹ ਇੱਕ ਕੰਟੇਨਰ ਟੈਗ ਹੈ। ਟੇਬਲ ਵਿੱਚ ਬਹੁਤ ਸਾਰੀਆਂ ਕਤਾਰਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਬਣਾਉਣ ਲਈ TR ਟੈਗ ਵਰਤਿਆ ਜਾਂਦਾ ਹੈ। ਜਦੋਂ ਵੀ ਸਾਨੂੰ ਆਪਣੇ ਟੇਬਲ ਵਿੱਚ ਨਵੀਂ ਕਤਾਰ ਦੀ ਲੋੜ ਪੈਂਦੀ ਹੈ, ਸਾਨੂੰ TR ਟੈਗ ਵਰਤਣਾ ਪਏਗਾ। ਅਸੀਂ ਜਾਣਦੇ ਹਾਂ ਕਿ ਹਰੇਕ ਟੇਬਲ ਦੇ ਸਿਖਰ 'ਤੇ ਸਿਰਲੇਖ ਹੁੰਦੇ ਹਨ। ਉਹਨਾਂ ਸਿਰਲੇਖ ਨੂੰ TH ਟੈਗ ਨਾਲ ਬਣਾਇਆ ਜਾਂਦਾ ਹੈ। ਇਹ ਟੇਬਲ ਦੇ ਹੈਡਿੰਗ ਹਨ।
ਟੇਬਲ ਦੀ ਦੂਸਰੀ ਰੋ ਅਤੇ ਉਸ ਤੋਂ ਬਾਅਦ ਵਾਲੀਆਂ ਰੋਜ਼ ਟੇਬਲ ਦੇ ਡਾਟਾ ਨੂੰ ਰਿਪਰਜੈਂਟ ਕਰਦੀ ਹੈ, ਜਿਸ ਨੂੰ ਕਿ TD ਟੈਗ ਦੀ ਸਹਾਇਤਾ ਨਾਲ ਬਣਾਇਆ ਜਾਂਦਾ ਹੈ। ਟੇਬਲ ਟੈਗ ਦਾ ਇੱਕ ਖਾਸ ਐਟਰੀਬਿਊਟ ਹੈ ਬਾਰਡਰ। ਬਾਰਡਰ ਐਟਰੀਬਿਊਟ ਦੀ ਆਪਾਂ ਨੂੰ ਵੈਲਿਊ ਨਿਰਧਾਰਿਤ ਕਰਨੀ ਪਏਗੀ। ਜੇਕਰ ਅਸੀਂ ਬਾਰਡਰ ਐਟਰੀਬਿਊਟ ਦੀ ਵੈਲਿਊ ਨਿਰਧਾਰਿਤ ਨਹੀਂ ਕਰਦੇ ਹਾਂ ਤਾਂ ਟੇਬਲ ਨਜ਼ਰ ਨਹੀਂ ਆਏਗਾ। ਇਸ ਲਈ ਟੇਬਲ ਬਣਾਉਣ ਸਮੇਂ ਟੇਬਲ ਟੈਗ ਦੇ ਵਿੱਚ ਬਾਰਡਰ ਐਟਰੀਬਿਊਟ ਦੀ ਕੀਮਤ ਜ਼ਰੂਰ ਨਿਰਧਾਰਿਤ ਕੀਤੀ ਜਾਵੇ। ਆਓ ਹੁਣ ਅਸੀਂ ਟੇਬਲ ਟੈਗ ਦੇ ਵੱਖ-ਵੱਖ ਐਟਰੀਬਿਊਟਸ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਅਸੀਂ ਬਾਰਡਰ ਐਟਰੀਬਿਊਟ ਤੋਂ ਹੀ ਸ਼ੁਰੂ ਕਰਾਂਗੇ। ਬਾਰਡਰ ਐਟਰੀਬਿਊਟ ਟੇਬਲ ਦੀ ਬਾਹਰੀ ਲਾਈਨ ਨੂੰ ਨਿਰਧਾਰਿਤ ਕਰਦਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜੇਕਰ ਅਸੀਂ ਟੇਬਲ ਦਾ ਬਾਰਡਰ ਨਿਰਧਾਰਿਤ ਨਹੀਂ ਕਰਾਂਗੇ ਤਾਂ ਟੇਬਲ ਨਜ਼ਰ ਨਹੀਂ ਆਏਗਾ। ਹਾਈਟ ਐਟਰੀਬਿਊਟ ਇਹ ਟੇਬਲ ਦੀ ਉਚਾਈ ਨੂੰ ਨਿਰਧਾਰਿਤ ਕਰਦਾ ਹੈ। ਇਸ ਦੀ ਕੀਮਤ ਪ੍ਰਤੀਸ਼ਤ ਜਾਂ ਪਿਕਸਲ ਦੇ ਵਿੱਚ ਦਿੱਤੀ ਜਾਂਦੀ ਹੈ। ਪਿਕਸਲ ਵਿੱਚ ਕੀਮਤ ਦੇਣ 'ਤੇ ਇਸ ਦੀ ਕੀਮਤ ਫਿਕਸ ਹੁੰਦੀ ਹੈ, ਇਸ ਦੀ ਹਾਈਟ ਫਿਕਸ ਹੁੰਦੀ ਹੈ, ਜਦੋਂ ਕਿ ਪ੍ਰਤੀਸ਼ਤ ਵਿੱਚ ਇਸ ਦੀ ਵੈਲਿਊ ਦੇਣ 'ਤੇ ਜਿਸ ਤਰ੍ਹਾਂ ਅਸੀਂ ਵੈਬ ਪੇਜ ਨੂੰ ਰੀਸਾਈਜ਼ ਕਰਦੇ ਹਾਂ, ਸਾਡਾ ਟੇਬਲ ਵੀ ਆਪਣੇ ਆਪ ਰੀਸਾਈਜ਼ ਹੋ ਜਾਂਦਾ ਹੈ। ਬਿਡਥ ਐਟਰੀਬਿਊਟ ਟੇਬਲ ਦੀ ਚੌੜਾਈ ਨੂੰ ਨਿਰਧਾਰਿਤ ਕਰਦਾ ਹੈ। ਇਸ ਦੀ ਕੀਮਤ ਵੀ ਅਸੀਂ ਪਿਕਸਲ ਜਾਂ ਪਰਸੈਂਟੇਜ ਦੇ ਵਿੱਚ ਦੇ ਸਕਦੇ ਹਾਂ। ਸੈੱਲ ਪੈਡਿੰਗ ਇਹ ਟੇਬਲ ਟੈਗ ਦਾ ਇੱਕ ਮਹੱਤਵਪੂਰਨ ਐਟਰੀਬਿਊਟ ਜਾਂ ਵਿਸ਼ੇਸ਼ਤਾ ਹੈ। ਇਹ ਟੇਬਲ ਦੇ ਸੈੱਲ ਦੇ ਬਾਰਡਰ ਤੋਂ ਟੈਕਸਟ ਦੀ ਦੂਰੀ ਨੂੰ ਨਿਰਧਾਰਿਤ ਕਰਦਾ ਹੈ। ਅਸੀਂ ਆਪਣੇ ਟੈਕਸਟ ਨੂੰ ਟੇਬਲ ਦੀ ਆਊਟਲਾਈਨ ਤੋਂ ਕਿੰਨਾ ਦੂਰ ਲਿਖਣਾ ਚਾਹੁੰਦੇ ਹਾਂ, ਇਹ ਅਸੀਂ ਸੈੱਲ ਪੈਡਿੰਗ ਤੋਂ ਨਿਰਧਾਰਿਤ ਕਰਦੇ ਹਾਂ। ਸੈੱਲ ਸਪੇਸਿੰਗ ਇਸ ਦਾ ਅਗਲਾ ਐਟਰੀਬਿਊਟ ਹੈ, ਜੋ ਕਿ ਸੈੱਲਾਂ ਦੇ ਵਿਚਕਾਰ ਦੂਰੀ ਨੂੰ ਨਿਰਧਾਰਿਤ ਕਰਦਾ ਹੈ। ਅਰਥਾਤ ਦੋ ਸੈੱਲਾਂ ਦੇ ਵਿਚਕਾਰ ਜੋ ਲਾਈਨ ਹੁੰਦੀ ਹੈ ਉਸ ਦੀ ਮੋਟਾਈ ਕਿੰਨੀ ਹੋਣੀ ਚਾਹੀਦੀ ਹੈ। ਜੇਕਰ ਅਸੀਂ ਸੈੱਲ ਸਪੇਸਿੰਗ ਦੀ ਕੀਮਤ 1 ਰੱਖਦੇ ਹਾਂ ਤਾਂ ਦੋ ਸੈੱਲਾਂ ਦੇ ਦਰਮਿਆਨ ਇੱਕ ਹਲਕੀ ਬਰੀਕ ਜਿਹੀ ਲਾਈਨ ਨਜ਼ਰ ਆਉਂਦੀ ਹੈ। ਜਿਵੇਂ ਜਿਵੇਂ ਅਸੀਂ ਸੈੱਲ ਸਪੇਸਿੰਗ ਦੀ ਕੀਮਤ ਵਧਾਉਂਦੇ ਹਾਂ, ਸੈੱਲਾਂ ਦੇ ਵਿਚਕਾਰ ਸਾਨੂੰ ਇੱਕ ਮੋਟੀ ਲਾਈਨ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦਾ ਅਗਲਾ ਐਟਰੀਬਿਊਟ ਅਲਾਈਨ ਹੈ। ਅਲਾਈਨ ਐਟਰੀਬਿਊਟ ਟੇਬਲ ਦੀ ਅਲਾਈਨਮੈਂਟ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਕੀਮਤਾਂ ਲੈਫਟ, ਰਾਈਟ ਜਾਂ ਸੈਂਟਰ ਹੁੰਦੀ ਹੈ। ਲੈਫਟ ਅਲਾਈਨਮੈਂਟ ਟੇਬਲ ਨੂੰ ਖੱਬੇ ਪਾਸੇ, ਰਾਈਟ ਅਲਾਈਨਮੈਂਟ ਟੇਬਲ ਨੂੰ ਸੱਜੇ ਪਾਸੇ ਅਤੇ ਸੈਂਟਰ ਅਲਾਈਨਮੈਂਟ ਟੇਬਲ ਨੂੰ ਵੈਬ ਪੇਜ ਦੇ ਸੈਂਟਰ ਦੇ ਵਿੱਚ ਬਣਾਉਂਦਾ ਹੈ। ਅਗਲਾ ਐਟਰੀਬਿਊਟ ਬੀਜੀ ਕਲਰ ਹੈ। ਇਹ ਟੇਬਲ ਦੀ ਬੈਕਗਰਾਊਂਡ ਦਾ ਰੰਗ ਬਦਲਣ ਲਈ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਬਾਡੀ ਟੈਗ ਵਿੱਚ ਬੀਜੀ ਕਲਰ ਵਰਤਿਆ ਹੈ, ਜੋ ਕਿ ਪੂਰੇ ਵੈਬ ਪੇਜ ਦੀ ਬੈਕਗਰਾਊਂਡ ਦਾ ਰੰਗ ਬਦਲਣ ਦੇ ਵਿੱਚ ਮਦਦ ਕਰਦਾ ਹੈ, ਇਸੇ ਤਰ੍ਹਾਂ ਟੇਬਲ ਟੈਗ ਦੇ ਵਿੱਚ ਬੀਜੀ ਕਲਰ ਟੇਬਲ ਦੀ ਹੀ ਬੈਕਗਰਾਊਂਡ ਦਾ ਰੰਗ ਬਦਲਣ ਦੇ ਵਿੱਚ ਮਦਦ ਕਰਦਾ ਹੈ। ਸੋ ਅਸੀਂ ਬੀਜੀ ਕਲਰ ਦੀ ਸਹਾਇਤਾ ਨਾਲ ਆਪਣੇ ਟੇਬਲ ਦੀ ਬੈਕਗਰਾਊਂਡ ਦਾ ਰੰਗ ਨਿਰਧਾਰਿਤ ਕਰ ਸਕਦੇ ਹਾਂ। ਹੁਣ ਅਸੀਂ TD ਅਤੇ TH ਟੈਗ ਦੇ ਐਟਰੀਬਿਊਟਸ ਬਾਰੇ ਜਾਣਾਂਗੇ। ਇਸ ਦੇ ਦੋ ਮੁੱਖ ਐਟਰੀਬਿਊਟ ਹਨ, ਰੋ ਸਪੈਨ ਅਤੇ ਕਾਲ ਸਪੈਨ। ਰੋ ਸਪੈਨ ਇਹ ਰੋਜ਼ ਨੂੰ ਮਰਜ ਕਰਨ ਲਈ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ MS ਐਕਸਲ ਵਿੱਚ ਮਰਜ
ਐਂਡ ਸੈਂਟਰ ਆਪਸ਼ਨ ਦਾ ਇਸਤੇਮਾਲ ਕਰਦੇ ਸੀ, ਉਹੀ ਕੰਮ ਰੋ ਸਪੈਨ ਟੈਗ ਕਰਦਾ ਹੈ। ਇਹ 2 ਜਾਂ 2 ਤੋਂ ਵੱਧ ਰੋਜ਼ ਨੂੰ ਆਪਸ ਵਿੱਚ ਮਰਜ ਕੇ ਇੱਕ ਬਣਾ ਦੇਗਾ। ਕਾਲ ਸਪੈਨ 2 ਜਾਂ 2 ਤੋਂ ਵੱਧ ਕਾਲਮਾਂ ਨੂੰ ਮਰਜ ਕਰਨ ਲਈ ਵਰਤਿਆ ਜਾਂਦਾ ਹੈ। ਅਲਾਈਨ ਐਟਰੀਬਿਊਟ ਜਿਸ ਤਰ੍ਹਾਂ ਅਸੀਂ ਟੇਬਲ ਵਿੱਚ ਪੜ੍ਹਿਆ ਹੈ, ਉਸੇ ਤਰ੍ਹਾਂ TD ਅਤੇ TH ਟੈਗ ਦਾ ਵੀ ਆਪਣਾ ਐਟਰੀਬਿਊਟ ਹੈ। ਇਹ ਇੱਕ ਸੈੱਲ ਦੇ ਅੰਦਰ ਜੋ ਟੈਕਸਟ ਲਿਖਿਆ ਜਾਂਦਾ ਹੈ ਉਸ ਦੀ ਅਲਾਈਨਮੈਂਟ ਨੂੰ ਨਿਰਧਾਰਿਤ ਕਰਦਾ ਹੈ। ਇਸ ਦੀਆਂ ਕੀਮਤਾਂ ਲੈਫਟ, ਸੈਂਟਰ, ਜਸਟੀਫਾਈ ਜਾਂ ਰਾਈਟ ਹੁੰਦੀ ਹੈ। ਲੈਫਟ, ਸੈਂਟਰ ਅਤੇ ਰਾਈਟ ਅਲਾਈਨਮੈਂਟ ਬਾਰੇ ਤੁਸੀਂ ਜਾਣਦੇ ਹੀ ਹੋ। ਜਸਟੀਫਾਈ ਅਲਾਈਨਮੈਂਟ ਦੇ ਵਿੱਚ ਟੈਕਸਟ ਸੈੱਲ ਦੇ ਦੋਨਾਂ ਸਿਰਿਆਂ ਤੋਂ ਇੱਕ ਬਰਾਬਰ ਦੂਰੀ 'ਤੇ ਨਜ਼ਰ ਆਏਗਾ। ਬਿਜ਼ੀ ਕਲਰ ਬਾਰੇ ਵੀ ਤੁਸੀਂ ਜਾਣਦੇ ਹੀ ਹੋ। ਜੇਕਰ ਅਸੀਂ ਆਪਣੇ ਟੇਬਲ ਵਿੱਚ ਹਰੇਕ ਸੈੱਲ ਜਾਂ ਕਿਸੇ ਖਾਸ ਸੈੱਲ ਦੀ ਬੈਕਗਰਾਊਂਡ ਦਾ ਰੰਗ ਬਦਲਣਾ ਚਾਹੁੰਦੇ ਹਾਂ ਤਾਂ ਅਸੀਂ ਉਸ 'ਤੇ TD ਜਾਂ TH ਟੈਗ ਵਿੱਚ ਬਿਜ਼ੀ ਕਲਰ ਐਟਰੀਬਿਊਟ ਦਾ ਇਸਤੇਮਾਲ ਕਰਾਂਗੇ। ਇਸ ਤਰ੍ਹਾਂ ਅਸੀਂ ਆਪਣੇ ਟੇਬਲ ਨੂੰ ਜਾਂ ਕਿਸੇ ਖਾਸ ਰੋ ਜਾਂ ਕਾਲਮ ਨੂੰ ਹਾਈਲਾਈਟ ਕਰ ਸਕਦੇ ਹਾਂ। ਵੀ ਅਲਾਈਨ ਇਹ ਸੈੱਲ ਵਿੱਚ ਡਾਟਾ ਦੀ ਵਰਟੀਕਲ ਅਲਾਈਨਮੈਂਟ ਨੂੰ ਨਿਰਧਾਰਿਤ ਕਰਦਾ ਹੈ। ਸੋ ਸੈੱਲ ਵਿੱਚ ਟੈਕਸਟ ਟੌਪ 'ਤੇ ਨਜ਼ਰ ਆਉਣਾ ਚਾਹੀਦਾ ਹੈ, ਮਿਡਲ 'ਤੇ ਜਾਂ ਬਾਟਮ 'ਤੇ ਔਰ ਜਾਂ ਬੇਸ ਲਾਈਨ 'ਤੇ। ਇਸ ਦੇ ਲਈ ਅਸੀਂ ਵੀ ਅਲਾਈਨ ਐਟਰੀਬਿਊਟ ਵਰਤਦੇ ਹਾਂ। ਜਦੋਂ ਇਸ ਦੀ ਕੀਮਤ ਅਸੀਂ ਟੌਪ ਰੱਖਦੇ ਹਾਂ ਤਾਂ ਟੈਕਸਟ ਸਾਡੇ ਸੈੱਲ ਦੇ ਵਿੱਚ ਬਿਲਕੁਲ ਸਿਖਰ 'ਤੇ ਨਜ਼ਰ ਆਉਂਦਾ ਹੈ। ਮਿਡਲ ਦੇ ਨਾਲ ਇਹ ਸੈਂਟਰ ਦੇ ਵਿੱਚ ਆਏਗਾ ਅਤੇ ਬੇਸ ਲਾਈਨ ਦੇ ਨਾਲ ਜਾਂ ਬਾਟਮ ਦੇ ਨਾਲ ਇਹ ਸਭ ਤੋਂ ਹੇਠਾਂ ਨਜ਼ਰ ਆਏਗਾ। ਆਓ ਹੁਣ ਅਸੀਂ ਟੇਬਲ ਟੈਗਸ ਦੀ ਹੈਲਪ ਨਾਲ ਇੱਕ ਟੇਬਲ ਤਿਆਰ ਕਰੀਏ। ਨੋਟਪੈਡ ਵਿੱਚ ਇਸ ਦੀ ਕੋਡਿੰਗ ਇਸ ਪ੍ਰਕਾਰ ਹੈ। ਇੱਥੇ ਅਸੀਂ ਟਾਈਟਲ ਵਿੱਚ ਯੂਜ਼ ਆਫ ਟੇਬਲ ਟੈਗ ਲਿਖ ਰਹੇ ਹਾਂ। ਬਿਜ਼ੀ ਕਲਰ ਬਾਡੀ ਵਿੱਚ ਅਸੀਂ ਬਲੂ ਰੱਖ ਰਹੇ ਹਾਂ ਬੈਕਗਰਾਊਂਡ ਦਾ। ਟੇਬਲ ਟੈਗ ਨੂੰ ਦੇਖੋ, ਇਸ ਵਿੱਚ ਅਸੀਂ ਬਾਰਡਰ 3 ਵਰਤਿਆ ਹੈ ਔਰ ਹਾਈਟ ਅਤੇ ਵਿਡਥ ਅਸੀਂ ਪਰਸੈਂਟੇਜ ਵਿੱਚ ਲਿਖੀ ਹੋਈ ਹੈ। ਸੈੱਲ ਸਪੇਸਿੰਗ 1 ਹੈ। ਅਸੀਂ ਸੈੱਲਾਂ ਦੇ ਵਿਚਕਾਰ ਲਾਈਨ ਨੂੰ ਵੀ ਦੇਖਾਂਗੇ। ਕਤਾਰਾਂ ਤਿਆਰ ਕਰਨ ਲਈ ਅਸੀਂ TR ਟੈਗ ਦਾ ਇਸਤੇਮਾਲ ਕੀਤਾ ਹੈ। ਸੋ ਪਹਿਲੀ ਕਤਾਰ, ਕਿਉਂਕਿ ਟੇਬਲ ਦਾ ਹੈਡਿੰਗ ਹੁੰਦੇ ਹਨ, ਇਸ ਲਈ ਉਸ ਕਤਾਰ ਵਿੱਚ ਅਸੀਂ TH ਟੈਗ ਵਰਤੇ ਹਨ, ਜਿਹਦੇ ਵਿੱਚ ਰੋਲ ਨੰਬਰ, ਨੇਮ, ਕਲਾਸ ਅਤੇ ਰਿਜ਼ਲਟ ਟੇਬਲ ਦੇ ਹੈਡਿੰਗ ਅਸੀਂ ਲਿਖੇ ਨੇ ਅਤੇ ਬਾਕੀ ਦੀਆਂ ਕਤਾਰਾਂ ਟੇਬਲ ਦੇ ਡਾਟਾ ਨੂੰ ਰਿਪਰਜੈਂਟ ਕਰਦੀਆਂ ਹਨ। ਇਸ ਲਈ ਇੱਥੇ ਅਸੀਂ TD ਟੈਗ ਦਾ ਇਸਤੇਮਾਲ ਕੀਤਾ ਹੈ ਅਤੇ ਵਿਦਿਆਰਥੀਆਂ ਦੇ ਰੋਲ ਨੰਬਰ ਅਤੇ ਉਹਨਾਂ ਦੇ ਨਾਵਾਂ ਦੀਆਂ ਕੀਮਤਾਂ ਉਸ ਵਿੱਚ ਭਰੀਆਂ ਹਨ। ਇਹ ਸਾਰਾ ਟੇਬਲ ਦਾ ਹਿੱਸਾ ਹੋਣ ਕਰਕੇ ਇਸ ਸਾਰੇ ਕੋਡਿੰਗ ਨੂੰ ਅਸੀਂ ਟੇਬਲ ਟੈਗ ਦੇ ਵਿਚਕਾਰ ਲਿਖਿਆ ਹੈ ਅਤੇ ਟੇਬਲ ਖੁਦ ਬਾਡੀ ਦਾ ਇੱਕ ਹਿੱਸਾ ਹੈ, ਇਸ ਲਈ ਸਾਰੇ ਨੂੰ ਅਸੀਂ ਬਾਡੀ ਟੈਗ ਦੇ ਅੰਦਰ ਲਿਖਿਆ ਹੈ। ਔਰ ਪੂਰੇ ਦਾ ਪੂਰਾ ਪੇਜ HTML ਦਾ ਇੱਕ ਹਿੱਸਾ ਹੈ, ਇਸ ਲਈ ਅਸੀਂ ਪੂਰੇ ਪੇਜ ਨੂੰ HTML ਟੈਗ ਦੇ ਅੰਦਰ ਲਿਖਿਆ ਹੋਇਆ ਹੈ। ਹੁਣ ਅਸੀਂ ਇਸ ਦੀ ਆਊਟਪੁੱਟ ਦੇਖਾਂਗੇ। ਤੁਸੀਂ ਗੌਰ ਨਾਲ ਦੇਖ ਸਕਦੇ ਹੋ, ਬੈਕਗਰਾਊਂਡ ਦਾ ਰੰਗ ਨੀਲਾ ਹੈ। ਸਟੂਡੈਂਟ ਟੇਬਲ ਸੈਂਟਰ ਦੇ ਵਿੱਚ ਹੈ। ਬਾਰਡਰ ਅਤੇ ਸੈੱਲਾਂ ਦੇ ਵਿਚਕਾਰ ਦੀ ਮੋਟਾਈ ਨੂੰ ਦੇਖੋ, ਦੋਨਾਂ ਵਿੱਚ ਅੰਤਰ ਹੈ। ਬਾਰਡਰ ਦਾ ਸਾਈਜ਼ 3 ਸੀ ਅਤੇ ਸੈੱਲ ਸਪੇਸਿੰਗ ਦਾ ਸਾਈਜ਼ 1 ਸੀ। ਇਸ ਦੇ ਨਾਲ ਨਾਲ ਅਸੀਂ ਟੇਬਲ ਹੈਡਿੰਗ ਵਿੱਚ ਅਲਾਈਨਮੈਂਟ ਸੈਂਟਰ ਵਰਤੀ ਸੀ, ਤਾਂ ਤੁਸੀਂ ਦੇਖ ਸਕਦੇ ਹੋ ਜੋ ਫਸਟ ਰੋ ਹੈ ਉਸ ਦੇ ਵਿੱਚ ਰੋਲ ਨੰਬਰ, ਨੇਮ, ਕਲਾਸ ਇਹ
ਸਾਰਾ ਟੈਕਸਟ ਸੈਂਟਰ ਦੇ ਵਿੱਚ ਅਲਾਈਨ ਹੋਇਆ ਹੈ। ਜਦੋਂ ਕਿ ਟੇਬਲ ਡਾਟਾ ਵਿੱਚ ਅਸੀਂ ਕੋਈ ਵੀ ਅਲਾਈਨਮੈਂਟ ਨਹੀਂ ਵਰਤੀ ਸੀ, ਇਸ ਲਈ ਸਾਰਾ ਟੈਕਸਟ ਬਾਈ ਡਿਫਾਲਟ ਲੈਫਟ ਸਾਈਡ 'ਤੇ ਅਲਾਈਨ ਹੋਇਆ ਹੈ। ਸੋ ਇਸ ਤਰ੍ਹਾਂ ਅਸੀਂ ਇਸ ਵਿੱਚ HTML ਦੇ ਟੈਗਸ ਬਾਰੇ ਪੜ੍ਹਿਆ। ਇਸ ਦੇ ਨਾਲ ਸਾਡਾ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਅਸੀਂ ਅਗਲੇ ਸੈਸ਼ਨ ਵਿੱਚ HTML ਦੇ ਕੁਝ ਹੋਰ ਟੈਗਸ ਬਾਰੇ ਪੜ੍ਹਾਂਗੇ। ਧੰਨਵਾਦ।